मैं ਗੁਰਦੇਵ ਸਿੰਘ ਮੈਥ ਮਾਸਟਰ ਸਰਕਾਰੀ ਹਾਈ ਸਕੂਲ ਕਾਰਕੌਰ। ਮੇਰੇ ਵੱਲੋਂ ਸਾਰੇ ਹੀ ਅਧਿਆਪਕ ਸਾਹਿਬਾਨ ਔਰ ਬਹੁਤ ਹੀ ਪਿਆਰੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਬੱਚੋ, ਜਿਹੜਾ ਮੇਰਾ ਅੱਜ ਦਾ ਵਿਸ਼ਾ ਹੈਗਾ ਉਹ ਹੈਗਾ ਵਰਗ ਅਤੇ ਵਰਗ ਮੂਲ। ਇਹ ਆਪਾਂ ਕਰਨਾ ਅੱਜ ਵਰਗ ਅਤੇ ਵਰਗ ਮੂਲ। ਇਹਦੇ ਵਿੱਚ ਬੱਚਿਓ ਆਪਾਂ ਸਭ ਤੋਂ ਪਹਿਲਾਂ ਵਰਗ ਦੀ ਜੋ ਆਪਣੀ ਪਰਿਭਾਸ਼ਾ ਬਣਦੀ ਹੈ ਬੱਚੋ, ਕੀ ਬਣਦੀ ਹੈ? ਇੱਕ ਵਰਗ ਜਿਹੜੀ ਸ਼ਕਲ ਆਪਾਂ ਦੇਖੀ ਹੈ ਜਿਹਦੀਆਂ ਚਾਰੇ ਭੁਜਾਵਾਂ ਕੀ ਹੁੰਦੀਆਂ ਨੇ ਬੱਚੋ? ਬਰਾਬਰ। ਉਸ ਨੂੰ ਆਪਾਂ ਕੀ ਕਹਿੰਦੇ ਆ? ਵਰਗ। ਅਤੇ ਜਦੋਂ ਬੱਚਾ ਆਪਾਂ ਉਸ ਦਾ ਖੇਤਰਫਲ ਕੱਢਦੇ ਹਾਂ ਤਾਂ ਉੱਥੇ ਆਪਾਂ ਕੀ ਲਿਖਦੇ ਹਾਂ? ਭੁਜਾ ਗੁਣਾ ਭੁਜਾ। ਅਤੇ ਇੱਥੇ ਵੀ ਆਪਾਂ ਫਿਰ ਉਸ ਹਿਸਾਬ ਨਾਲ ਕਰਕੇ ਦੇਖਦੇ ਹਾਂ, ਉਸ ਤਰੀਕੇ ਨਾਲ ਕਰਕੇ ਦੇਖਦੇ ਹਾਂ ਕਿ ਅਸੀਂ ਇਸ ਤਰ੍ਹਾਂ ਵਰਗ ਦੇ ਕਾਫੀ ਨੇੜੇ ਚਲੇ ਜਾਵਾਂਗੇ ਸਿੱਖਣ ਦੇ। ਭਾਵ ਇਹਦੇ ਵਿੱਚ ਇੱਕ ਭੁਜਾ ਵਰਗ ਦੀ ਇੱਕ ਲੰਬਾਈ ਹੁੰਦੀ ਹੈ। ਹੁਣ ਆਪਾਂ ਦੇਖਦੇ ਹਾਂ, ਅਗਰ ਉਹਦੀ ਭੁਜਾ ਸੈਂਟੀਮੀਟਰ ਦੇ ਵਿੱਚ 1 ਹੈ ਤਾਂ ਉਹਦਾ ਖੇਤਰਫਲ ਬੱਚੋ ਕੀ ਬਣ ਗਿਆ? 1 ਗੁਣਾ 1, ਕਿਉਂਕਿ ਵਰਗ ਦਾ ਖੇਤਰਫਲ ਕੀ ਹੁੰਦਾ ਬੱਚੋ? ਭੁਜਾ ਗੁਣਾ ਭੁਜਾ। ਹੁਣ ਜੇ ਆਪਾਂ ਵਰਗ ਦੀ ਭੁਜਾ ਬੱਚੋ 2 ਲੈ ਲਈ ਤਾਂ ਫਿਰ ਉਹਦਾ ਖੇਤਰਫਲ ਕਿੰਨਾ ਬਣ ਜਾਏਗਾ ਬੱਚੋ? 2 ਗੁਣਾ 2 4 ਅਤੇ 2 ਦੀ ਸ਼ਕਤੀ 2। ਇਸ ਤਰ੍ਹਾਂ ਆਪਾਂ 3 ਲੈ ਸਕਦੇ ਹਾਂ, 4 ਵੀ ਲੈ ਸਕਦੇ ਹਾਂ। ਅਤੇ ਜਦੋਂ ਬੱਚੋ ਆਪਾਂ 5 ਲਈ ਭੁਜਾ ਪੰਜ ਸਮ ਲਈ ਤਾਂ ਜਿਹੜਾ ਵਰਗ ਦਾ ਖੇਤਰਫਲ ਹੈ ਉਹ ਬਣ ਗਿਆ 5 ਗੁਣਾ 5 25 ਸਮ ਦੀ 2। ਹੁਣ ਜੇ ਆਪਾਂ ਭੁਜਾ ਬੱਚੋ A ਲੈ ਲਈਏ, ਅਲਫਾਬੈਟਿਕ ਦੇ ਵਿੱਚ ਆਪਾਂ A ਲੈ ਲਿਆ ਤਾਂ ਉਹਦਾ ਬੱਚੋ ਖੇਤਰਫਲ ਕੀ ਬਣ ਗਿਆ? A ਗੁਣਾ A, A ਦੀ 2। ਹੁਣ ਬੱਚਿਓ ਤੁਸੀਂ ਦੇਖਿਆ ਜਿਹੜੀਆਂ ਸੰਖਿਆਵਾਂ ਨੇ ਕਿਹੜੀਆਂ ਕਿਹੜੀਆਂ, ਜਿਵੇਂ 4 9 16 25। ਇਸ ਪ੍ਰਕਾਰ ਦੀਆਂ ਦੂਸਰੀਆਂ ਸੰਖਿਆਵਾਂ ਵਿੱਚ ਇਹ ਖਾਸ ਗੱਲ ਹੈ ਕਿ ਜਿਵੇਂ 4 ਲਿਆ ਬੱਚੋ ਆਪਾਂ ਨੇ, 4 ਦੇ ਵਿੱਚ ਕੀ ਸੀਗਾ? 2 ਗੁਣਾ 2 2 ਦੀ ਸ਼ਕਤੀ 2 ਬਣ ਗਿਆ। ਅਤੇ 9 ਦੇ ਵਿੱਚ ਬੱਚੋ ਕੀ ਸੀਗਾ? 3 ਗੁਣਾ 3 3 ਦੀ ਸ਼ਕਤੀ 2 ਬਣ ਗਿਆ। ਤਾਂ ਇਹਨਾਂ ਨੂੰ ਆਪਾਂ ਇਸ ਰੂਪ 'ਚ ਲਿਖ ਸਕਦੇ ਹਾਂ। ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਹੋਰ ਸੰਖਿਆਵਾਂ ਨੇ, ਜਿਵੇਂ ਆਪਾਂ ਇਹਨਾਂ ਨੂੰ ਇਸ ਰੂਪ 'ਚ ਲਿਖ ਸਕਦੇ, ਜਿਵੇਂ ਆਪਾਂ ਉੱਪਰ ਲਿਖਿਆ, ਕਿਵੇਂ? ਜਿਵੇਂ 4 ਨੂੰ ਲਿਖਿਆ 2 ਗੁਣਾ 2 ਅਤੇ 2 ਦੀ ਸ਼ਕਤੀ 2। ਤਾਂ ਇਸ ਤਰ੍ਹਾਂ ਦੀਆਂ ਬਾਕੀ ਸੰਖਿਆਵਾਂ ਜਿਨ੍ਹਾਂ ਨੂੰ ਅਸੀਂ ਗੁਣਨਫਲ ਦੇ ਰੂਪ ਵਿੱਚ ਦਰਸਾ ਸਕਦੇ ਹਾਂ। ਭਾਵ 2 ਗੁਣਾ 2 ਇਹ ਗੁਣਨਫਲ ਦਾ ਰੂਪ ਹੈ, 2 ਸੰਖਿਆਵਾਂ ਬਰਾਬਰ ਨੇ ਤਾਂ ਆਪਾਂ 2 ਦੀ ਸ਼ਕਤੀ 2 ਲਿਖ ਦਾਂਗੇ। ਤਾਂ ਇਸ ਪ੍ਰਕਾਰ ਦੀਆਂ ਸੰਖਿਆਵਾਂ ਨੂੰ ਆਪਾਂ ਬੱਚੋ ਕੀ ਕਹਿੰਦੇ ਆ? ਵਰਗ ਸੰਖਿਆਵਾਂ, ਜਿਨ੍ਹਾਂ ਨੂੰ ਅਸੀਂ ਬਰਾਬਰ ਅੱਖਰਾਂ ਦੇ ਗੁਣਨਫਲ ਦੇ ਰੂਪ ਦੇ ਵਿੱਚ ਲਿਖ ਸਕਦੇ ਹਾਂ। ਵਰਗ, ਹੁਣ ਦੇਖਣਾ ਬੱਚੋ ਵਰਗ ਹੈ ਕੀ ਚੀਜ਼ ਹੈ। ਵਰਗ ਯਾਦ ਰੱਖਣਾ ਬੱਚੋ ਚੰਗੀ ਤਰ੍ਹਾਂ, ਕਿਸੇ ਅੰਕ ਦਾ ਵਰਗ ਕਰਨ ਦਾ ਅਰਥ ਹੈ ਉਸ ਅੰਕ ਦੀ ਘਾਤ 2 ਹੈ। ਘਾਤ ਭਾਵ ਸ਼ਕਤੀ। ਕਿਵੇਂ? ਦੇਖੋ ਬੱਚੋ, 4 ਦੀ ਸ਼ਕਤੀ 2 ਕਿੰਨਾ ਬਣ ਗਿਆ? 4 ਗੁਣਾ 4 ਅਤੇ ਇਹਦਾ ਕਿੰਨਾ ਬਣ ਗਿਆ ਬੱਚੋ? ਗੁਣਾ ਕਰਕੇ 16। ਫਿਰ ਆਪਾਂ ਲਿਆ ਬੱਚੋ 9, 9 ਦੀ ਸ਼ਕਤੀ 2 ਕਿੰਨਾ ਬਣ ਗਿਆ? 9 ਗੁਣਾ 9 ਕਿੰਨਾ ਹੋ ਗਿਆ ਬੱਚੋ? 81। ਭਾਵ ਇੱਕ ਚੀਜ਼ ਬੱਚੋ ਤੁਸੀਂ ਯਾਦ ਜ਼ਰੂਰ ਰੱਖਣੀ ਹੈ ਕਿ ਜਿੰਨੀ ਆਪਾਂ ਇਹਦੀ ਸ਼ਕਤੀ ਲਿਖ ਰਹੇ ਹਾਂ, ਹੁਣ ਪਹਿਲਾਂ ਕੀ ਲਿਖਿਆ ਸੀ ਆਪਾਂ? 4 ਦੀ ਸ਼ਕਤੀ 2, ਤਾਂ ਆਪਾਂ ਨੇ 4 ਦੀ 2 ਵਾਰੀ ਗੁਣਾ ਕਰਨੀ ਹੈ। ਜਿਵੇਂ 4 ਗੁਣਾ 4 16 ਬਣਿਆ ਅਤੇ 9 ਦੀ ਸ਼ਕਤੀ 2, 9 ਗੁਣਾ 9 ਕਿੰਨਾ ਬਣ ਗਿਆ? 81। ਅਤੇ ਅੱਗੇ ਆ ਬੱਚੋ 16 ਦੀ ਸ਼ਕਤੀ 2, ਤਾਂ 16 ਦੀ ਸ਼ਕਤੀ 2 ਜਦੋਂ ਤੁਸੀਂ 16 ਦੀ 16 ਨਾਲ ਗੁਣਾ ਕਰੋਗੇ ਤਾਂ ਕਿੰਨੀ ਬਣ ਜਾਏਗੀ ਬੱਚੋ? 256। ਭਾਵ 2 ਵਾਰ ਅੱਖਰ ਦੀ ਆਪਾਂ ਨੇ ਗੁਣਾ ਕਰਨੀ ਹੈ। ਹੁਣ ਇਸ ਦੀਆਂ ਕੁਝ ਬੱਚੋ ਐਗਜ਼ਾਮਪਲਾਂ ਨੇ, ਦੇਖੋ ਜਰਾ। ਹੁਣ ਆਪਣੇ ਕੋਲ ਦੇਖੋ ਕਿੰਨੇ ਨੇ ਵਰਗ, ਦੱਸ ਸਕਦੇ ਹੋ ਬੱਚੋ ਕਿੰਨੇ ਨੇ ਇਹ? ਦੇਖੋ ਧਿਆਨ ਨਾਲ, 2 ਉੱਪਰ 2 ਥੱਲੇ, ਤਾਂ ਇਹਦਾ ਕੀ ਬਣ ਗਿਆ ਬੱਚੋ? 2 ਗੁਣਾ 2 4। ਇੱਕ ਹੋਰ ਆਪਾਂ ਦੇਖਦੇ ਹਾਂ। ਹੁਣ ਤੁਸੀਂ ਦੇਖ ਸਕਦੇ ਹੋ, ਅੰਦਾਜ਼ਾ ਲਾ ਸਕਦੇ ਹੋ ਕਿ ਆਪਾਂ ਉੱਪਰਲੇ ਪਾਸੇ ਜਿਹੜੀ ਲਾਈਨ ਲੱਗੀ ਆ ਇਸ 'ਤੇ ਕੀ ਲਿਖਾਂਗੇ?
ਤੇ ਜਿਹੜੀ ਮੈਂ ਸਾਈਡ ਤੇ ਲਾਈਨ ਲਾਈ ਹੈ ਇਸ ਤੇ ਆਪਾਂ ਕੀ ਲਿਖਾਂਗੇ? ਦੱਸ ਸਕਦੇ ਹੋ ਬੱਚੋ ਉੱਪਰ ਲਾਈਨ ਤੇ ਆਪਾਂ ਕੀ ਲਿਖਣਾ? ਹਾਂ ਬੋਲੋ। 3। ਬਿਲਕੁਲ ਠੀਕ ਹੈ। ਤੇ ਦੂਸਰੇ ਪਾਸੇ ਆਪਾਂ ਸਾਈਡ ਤੇ ਵੀ ਕੀ ਲਿਖਾਂਗੇ? 3, ਕਿਉਂਕਿ ਵਰਗ ਹੈ ਇਹਦੀਆਂ ਭੁਜਾਵਾਂ ਨੇ ਜਿਹੜੀਆਂ ਆਪਸ ਦੇ ਵਿੱਚ ਬਰਾਬਰ ਨੇ, ਤਾਂ ਇਹਦਾ ਬਣ ਗਿਆ ਵਰਗ 3 ਗੁਣਾ 3 ਬਰਾਬਰ 9। ਇੱਕ ਆਪਾਂ ਐਗਜ਼ਾਮਪਲ ਇਸ ਤਰ੍ਹਾਂ ਦੀ ਹੋਰ ਲੈਂਦੇ ਹਾਂ ਬੱਚੋ। ਦੇਖੋ ਹੁਣ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਮੈਂ ਪਹਿਲਾਂ ਲਾਈਨ ਲਾਵਾਂਗਾ ਇੱਕ ਸਾਈਡ ਦੀ, ਫਿਰ ਦੂਸਰੀ ਆ ਗਈ। ਹੁਣ ਬੋਲੋ ਬੱਚੋ ਉੱਪਰ ਆਪਾਂ ਕੀ ਲਿਖੀਏ? 5 ਲਿਖ ਦਈਏ? ਨਹੀਂ, ਕਿੰਨਾ ਆਏਗਾ? 4। ਤੇ ਨਿਚਲੀ ਸਾਈਡ ਕਿੰਨੀਆਂ ਇਕਾਈਆਂ ਨੇ? ਇਹ 4। ਤੁਸੀਂ ਗਿਣ ਕੇ ਵੀ ਦੇਖ ਸਕਦੇ ਹੋ। ਤਾਂ ਇਹ ਵਰਗ ਬਣੇਗਾ 4 ਗੁਣਾ 4 ਬਰਾਬਰ 16। ਇਸੇ ਤਰ੍ਹਾਂ ਅਸੀਂ ਇੱਕ ਆਪਣੀ ਲਾਸਟ ਉਦਾਹਰਨ ਹੈ ਇਹ, ਇਹਦੇ ਵਿੱਚ ਮੈਂ ਲਾਈਨ ਲਾਈ ਇੱਕ ਤੇ ਦੂਜੀ ਲਾਈ ਸਾਈਡ ਤੇ, ਠੀਕ ਹੈ ਬੱਚੋ। ਤਾਂ ਉੱਪਰ ਕਿੰਨਾ ਆਏਗਾ? 5। ਸਾਈਡ 'ਚ ਵੀ ਕਿੰਨਾ ਆਏਗਾ ਬੱਚੋ? 5। ਤੇ ਕਿੰਨੇ ਦਾ ਵਰਗ ਬਣ ਗਿਆ ਇਹ? 25 ਦਾ। ਤਾਂ ਹੁਣ ਸਾਰੇ ਬੱਚੇ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਵਰਗ ਆਪਾਂ ਨੇ ਸੰਖਿਆਵਾਂ ਦਾ ਕਿਵੇਂ ਕੱਢਣਾ। ਅੱਗੇ ਬੱਚੋ ਜਿਹੜੀ ਇੱਕ ਆਪਾਂ ਆਮ ਬੱਚਿਆਂ ਕੋਲ ਗਲਤੀ ਹੁੰਦੀ ਹੈ, ਉਹ ਕਾਫੀ ਹੁੰਦੀ ਹੈ, ਜਾਂ ਫਿਰ ਉਸ ਨੂੰ ਬੱਚੇ ਗੁਣਾ ਕਰਕੇ ਦੇਖਦੇ ਨੇ ਕਿ ਜੇਕਰ ਇਕਾਈ ਦਾ ਅੰਕ, ਇਕਾਈ ਦਾ ਪਤਾ ਬੱਚੋ ਕਿੱਥੇ ਲੱਗਦਾ? ਜਿਹੜਾ ਪਹਿਲਾਂ ਲੱਗਦਾ। ਜਿਵੇਂ ਆਪਾਂ 20 ਹੈ, 20 ਦੇ ਮੂਹਰੇ ਕੀ ਲੱਗਿਆ? 0, ਕੋਈ ਇਕਾਈ ਦਾ ਅੰਕ ਹੈ। ਕੋਈ ਹੋਰ ਲੈ ਲਓ, ਜਿਵੇਂ 36 ਹੈ, 36 ਦਾ ਇਕਾਈ ਦਾ ਅੰਕ ਕੀ ਹੈ? 6। ਪਰ ਆਪਾਂ ਗੱਲ ਕਿਹੜੀ ਕਰਾਂਗੇ? 0 ਦੀ। ਤਾਂ ਉਹਨਾਂ ਦੀਆਂ ਜਿਹੜੀਆਂ ਵਰਗ ਸੰਖਿਆਵਾਂ ਨੇ ਉਹ ਕੀ ਬਣਦੀਆਂ ਨੇ ਬੱਚੋ? ਧਿਆਨ ਨਾਲ ਦੇਖਿਓ ਇਹ, ਔਰ ਤੁਹਾਨੂੰ ਇਹ ਵਰਗ ਕਰਨਾ ਵੀ ਆਸਾਨ ਹੋਵੇ। ਹੁਣ ਜਿਵੇਂ 10 ਦੀ ਸ਼ਕਤੀ ਬੱਚੋ ਆਪਣੇ ਕੋਲ ਹੈਗੀ ਆ 2, ਠੀਕ ਹੈ। ਤਾਂ ਤੁਸੀਂ ਇਹ ਦੇਖਣਾ ਹੈ ਕਿ ਦੇਖੋ 1 ਦਾ ਵਰਗ ਤਾਂ 1 ਆਪਾਂ ਪਹਿਲਾਂ ਕਰ ਚੁੱਕੇ। ਸਭ ਤੋਂ ਪਹਿਲੇ ਐਗਜ਼ਾਮਪਲ ਦੇ ਵਿੱਚ ਮੈਂ ਇਹੀ ਕਰਾਇਆ ਸੀਗਾ ਕਿ 1 ਦਾ ਵਰਗ ਵੀ 1 ਹੈ, 1 ਦਾ ਘਣ ਵੀ 1 ਹੈ, ਕਿਉਂਕਿ ਆਪਾਂ ਜਿੰਨੇ ਮਰਜ਼ੀ ਵਾਰੀ 1 ਨੂੰ ਗੁਣਾ ਕਰੋ ਤਾਂ ਕਿੰਨੀ ਰਹੇਗੀ? 1 ਰਹੇਗੀ। ਹੁਣ ਇਹਦੇ ਨਾਲ ਬੱਚੋ 0 ਕਿੰਨੀ ਲੱਗੀ ਹੋਈ ਹੈ? 1। ਤਾਂ ਵਰਗ ਦੇ ਵਿੱਚ ਉਹ 0 ਕਿੰਨੀਆਂ ਬਣ ਜਾਣਗੀਆਂ? 2 ਬਣ ਜਾਣਗੀਆਂ, ਠੀਕ ਹੈ ਬੱਚੋ। ਇਹ ਆਪਾਂ 10 ਦਾ ਲਿਆ ਸੀਗਾ। ਹੁਣ ਆਪਾਂ 30 ਦਾ ਲੈਂਦੇ ਹਾਂ। ਹੁਣ ਜੇ ਆਮ ਬੱਚੇ ਨੂੰ ਕਹਿ ਜਾਂਦਾ ਕਿ ਬੱਚੋ 30 ਦਾ ਵਰਗ ਪਤਾ ਕਰੋ, ਕੀ ਕਰਨਗੇ ਬੱਚੇ? ਤੁਸੀਂ ਕੀ ਕਰੋਗੇ? ਕਾਪੀ 'ਤੇ 30 ਗੁਣਾ 30 ਕਰੋਗੇ। ਕਿੰਨਾ ਟਾਈਮ ਲੱਗੇਗਾ? ਕਾਫੀ ਟਾਈਮ ਲੱਗ ਜਾਏਗਾ। ਤਾਂ ਆਪਾਂ ਨੇ ਕੀ ਕਰਨਾ? 3 ਦਾ ਵਰਗ 9 ਕਰਤਾ, ਇਹ ਤਾਂ ਆਪਾਂ ਨੂੰ ਯਾਦ ਹੈ। ਤੇ 1 0 ਹੈ, ਨਾਲ ਕਿੰਨੀਆਂ ਲੱਗ ਗਈਆਂ ਬੱਚੋ? 2। ਇਸੇ ਤਰ੍ਹਾਂ ਆਪਾਂ 40 ਦੀ ਸ਼ਕਤੀ 2 ਹੈ। ਹੁਣ 40 ਦੇ ਵਿੱਚ ਆਪਾਂ ਕੀ ਕਰ ਲਾਂਗੇ? 4 ਦਾ ਵਰਗ ਕਰਾਂਗੇ, ਤਾਂ ਕਿੰਨਾ ਬਣ ਗਿਆ ਬੱਚੋ? 16। ਤੇ ਨਾਲ ਕਿੰਨੀਆਂ 0 ਲੱਗ ਗਈਆਂ? 2। ਯਾਨੀ ਕਿ 0 ਆਪਾਂ ਜਿੰਨੀਆਂ ਦਿੱਤੀਆਂ ਹੋਈਆਂ ਉਸ ਦੀਆਂ ਦੁੱਗਣੀਆਂ ਕਰਨੀਆਂ ਨੇ। ਹੁਣ ਤੁਸੀਂ ਦੱਸੋ ਜਰਾ, ਨਾਲ ਕਾਪੀ 'ਤੇ ਵੀ ਨੋਟ ਕਰੋ ਕਿ ਜੇ ਆਪਾਂ 80 ਦਾ ਵਰਗ ਕਰੀਏ ਤਾਂ ਆਪਾਂ ਨੂੰ ਪਹਿਲਾਂ ਕਿਹਦਾ ਕਰਨਾ ਪਏਗਾ? ਬੋਲੋ ਕਿਹਦਾ ਕਰਨਾ ਪਏਗਾ? 8 ਦਾ। 8 ਦਾ ਵਰਗ ਬੱਚੋ ਕਿੰਨਾ ਬਣ ਗਿਆ? 64। ਤੇ ਨਾਲ ਕਿੰਨੀਆਂ 0 ਲਗਾ ਦਈਏ? ਹੋਰ 2, ਠੀਕ ਹੈ ਬੱਚੋ। ਹੁਣ 60 ਦਾ, ਤਾਂ 60 ਦੇ ਵਿੱਚ ਕਿਹਦਾ ਕਰੀਏ? ਪਹਿਲਾਂ ਆਪਾਂ 6 ਦਾ। 6 ਦਾ ਕਿੰਨਾ ਬਣ ਗਿਆ ਬੱਚੋ? 36। ਤੇ ਨਾਲ ਕਿੰਨੀਆਂ 0 ਆ ਗਈਆਂ? 2। ਇਸ ਤਰ੍ਹਾਂ ਆਪਾਂ 50 ਦਾ ਕਰ ਸਕਦੇ ਹਾਂ। 50 ਦੇ ਵਿੱਚ ਆਪਾਂ 5 ਦਾ ਕਰਾਂਗੇ, 5 ਦਾ ਆਪਣੇ ਕੋਲ ਬਣ ਗਿਆ 25, ਨਾਲ ਆ ਗਈਆਂ 2 0। ਤਾਂ ਬੱਚੇ ਇਸ ਤਰੀਕੇ ਨਾਲ ਇਸ ਨੂੰ ਕਰਨਾ ਹੈ। ਤੁਸੀਂ ਗੁਣਾ ਕਰਕੇ ਦੇਖਣ ਦੀ ਲੋੜ ਨਹੀਂ, ਬੜੀ ਛੇਤੀ ਤੁਸੀਂ 0 ਵਾਲੇ ਅੱਖਰ ਦਾ ਵਰਗ ਕਰ ਸਕਦੇ ਹੋ। ਹੁਣ ਬੱਚੋ ਦੂਸਰੀ ਐਗਜ਼ਾਮਪਲ ਦੇ ਵਿੱਚ ਮੈਂ ਲਿਆ ਹੋਇਆ 2 0 ਦਾ, ਜਿਹਦੇ ਵਿੱਚ ਇਕਾਈ ਦੇ ਅੰਕ ਦੇ ਵਿੱਚ 2 0 ਆ ਜਾਣ। ਤਾਂ ਉਸੇ ਤਰ੍ਹਾਂ ਫਿਰ ਮੈਂ 1 ਤੋਂ ਸ਼ੁਰੂ ਕੀਤਾ। ਦੇਖੋ 1 ਦਾ ਵਰਗ ਵੀ 1 ਹੈ, ਮੈਂ ਪਹਿਲਾਂ ਵੀ ਦੱਸਿਆ। ਹੁਣ ਇੱਥੇ ਬੱਚੇ ਆਪਣੇ ਕੋਲ ਕਿੰਨੀਆਂ 0 ਨੇ? ਦੱਸੋ ਮੈਨੂੰ ਕਿੰਨੀਆਂ ਨੇ? 2। ਤਾਂ 2 ਦਾ ਡਬਲ ਕਰ ਦਿਓ ਬੱਚਿਓ, ਕਿੰਨੀਆਂ ਬਣ ਗਈਆਂ? 4। ਫਿਰ ਅੱਗੇ ਦੂਸਰੀ ਐਗਜ਼ਾਮਪਲ ਬੱਚੇ ਆਪਾਂ ਲਈਏ 300 ਦੀ। 300 ਦੇ ਵਿੱਚ ਆਪਾਂ ਸਿਰਫ ਕਿਹਦਾ ਵਰਗ ਕਰਾਂਗੇ? 3 ਦਾ। 3 ਦਾ ਵਰਗ ਕਿੰਨਾ ਬਣ ਗਿਆ ਬੱਚੋ? 9। ਤੇ 0 ਕਿੰਨੀਆਂ ਲੱਗੀਆਂ ਬੱਚੋ? 2 ਸੀਗੀਆਂ, 4। ਇਸੇ ਤਰ੍ਹਾਂ 700 ਦਾ ਹੈਗਾ। 700 ਦੇ ਵਿੱਚ ਬੱਚੋ ਆਪਾਂ 7 ਦਾ ਵਰਗ ਕੀਤਾ, 49। 2 0 ਦੀਆਂ ਕਿੰਨੀਆਂ ਬਣ ਗਈਆਂ ਬੱਚੋ? 4। ਹੁਣ ਆਪਾਂ ਅੱਗੇ ਕਰਦੇ ਹਾਂ, ਮੈਂ ਵੀ ਕਰਦਾ, ਤੁਸੀਂ ਵੀ ਕਰੋ। ਹੁਣ ਆਪਾਂ 400 ਦਾ ਵਰਗ ਕਰਨਾ ਬੱਚੋ। ਹੁਣ ਗੁਣਾ ਨਹੀਂ ਕਰਨੀ ਕਿਸੇ ਬੱਚੇ ਨੇ, ਪਹਿਲਾਂ 4 ਦਾ ਵਰਗ ਕਰ ਲਓ, ਕਿੰਨਾ ਬਣ ਗਿਆ?
16। ਤੇ ਹੁਣ ਦੱਸੋ ਨਾਲ ਕਿੰਨੀਆਂ ਜ਼ੀਰੋਆਂ ਲਗਾਈਏ? 4। 1 2 3 4। ਫਿਰ 9 ਦਾ ਕਰਨਾ ਆਪਾਂ ਨੇ, 900 ਦਾ ਕਰਾਂਗੇ। 900 ਦੇ ਵਿੱਚ ਪਹਿਲਾਂ ਕਿਹਦਾ ਕੀਤਾ? 9 ਦਾ। 9 ਦਾ ਕਿੰਨਾ ਬਣਦਾ ਬੱਚੋ? ਵਰਗ 81 ਤੇ ਨਾਲ 4 ਜ਼ੀਰੋ। ਇਸੇ ਤਰ੍ਹਾਂ 200 ਹੈ। 200 ਦੇ ਵਿੱਚ ਕਿਹਦਾ ਹੋਏਗਾ ਬੱਚੋ? ਵਰਗ 2 ਦਾ 4 ਨਾਲ 4 ਜ਼ੀਰੋ। ਤੇ ਬੱਚੇ ਜ਼ਰੂਰੀ ਨਹੀਂ ਹੈਗਾ ਕਿ 1 ਜ਼ੀਰੋ 'ਤੇ ਹੈ ਜਾਂ 2 'ਤੇ ਹੈ। 3 ਜ਼ੀਰੋ ਹੋਣ ਉਹਦੀਆਂ 6 ਬਣ ਜਾਣਗੀਆਂ। ਯਾਨੀ ਕਿ ਜਿੰਨੇ ਜ਼ੀਰੋ ਆਪਣੇ ਕੋਲ ਲੱਗੀਆਂ ਹੋਣਗੀਆਂ ਉਹ ਉਸ ਦਾ ਡਬਲ ਹੋਣਗੀਆਂ। ਕਾਹਦੇ ਵਿੱਚ? ਵਰਗ ਦੇ ਵਿੱਚ। ਹੁਣ ਬੱਚੇ ਆਪਾਂ ਆਮ ਕਦੇ ਇਸ ਚੀਜ਼ 'ਤੇ ਧਿਆਨ ਨਹੀਂ ਦਿੱਤਾ ਕਿ ਟਾਂਕ ਸੰਖਿਆਵਾਂ ਦਾ ਜੇ ਆਪਾਂ ਜੋੜ ਕਰੀਏ, ਟਾਂਕ ਸੰਖਿਆਵਾਂ ਜਿਸਤ ਤੇ ਟਾਂਕ, ਮੈਂ ਸਿਰਫ ਟਾਂਕ ਸੰਖਿਆ ਦੀ ਗੱਲ ਕਰਾਂਗਾ ਬੱਚਿਓ, ਕਿ ਟਾਂਕ ਸੰਖਿਆਵਾਂ ਜੇ ਆਪਾਂ ਜੋੜ ਕਰੀਏ ਨਾ ਤਾਂ ਉਹ ਇੱਕ ਆਪਾਂ ਨੂੰ ਰਿਜ਼ਲਟ ਮਿਲਦਾ, ਇੱਕ ਨਤੀਜਾ ਮਿਲਦਾ, ਆਪਾਂ ਇੱਕ ਸਿੱਟੇ 'ਤੇ ਪਹੁੰਚਦੇ ਹਾਂ। ਉਹ ਦੇਖਦੇ ਹਾਂ ਕੀ ਹੈ। ਹੁਣ ਬੱਚੋ ਟਾਂਕ ਸੰਖਿਆ ਦਾ ਸਭ ਤੋਂ ਪਹਿਲਾ ਅੱਖਰ ਕੀ ਹੈ? 1। ਤਾਂ 1 ਬਰਾਬਰ 1 ਦਾ ਵਰਗ। ਠੀਕ ਹੈ ਬੱਚੋ। ਹੁਣ 1 ਤੋਂ ਅਗਲੀ ਟਾਂਕ ਸੰਖਿਆ ਬੱਚੋ ਕੀ ਹੈ? 3। ਤੇ 3 ਦੇ ਵਿੱਚ ਅਸੀਂ ਕੀ ਪਲੱਸ ਕਰਤਾ? 1। 1 ਕੀ ਸੀਗੀ? ਪਹਿਲੀ ਟਾਂਕ ਸੰਖਿਆ। 3 ਕਿਹੜੀ ਹੈ ਬੱਚੋ? ਦੂਜੀ ਟਾਂਕ ਸੰਖਿਆ। ਜਦੋਂ ਇਹ ਤਾਂ ਆਪਾਂ ਜੋੜ ਕੀਤਾ ਤਾਂ ਕਿੰਨਾ ਬਣ ਗਿਆ ਬੱਚੋ? 4। ਤੇ 4 ਕੀ ਹੈ? 2 ਦਾ ਵਰਗ। ਫਿਰ ਹੁਣ 3 ਤੋਂ ਅਗਲੀ ਬੱਚੋ ਟਾਂਕ ਸੰਖਿਆ ਕਿਹੜੀ ਬਣਦੀ ਹੈ? ਪਤਾ? 5। ਠੀਕ ਹੈ। ਹੁਣ ਜਦੋਂ 1 ਔਰ 3 ਔਰ ਉਹਦੇ ਵਿੱਚ 5 ਐਡ ਕਰਤਾ ਤਾਂ ਆਪਣੇ ਕੋਲੇ ਬੱਚੋ ਬਣ ਗਿਆ 9। ਤੇ 9 ਕਿਹਦਾ ਵਰਗ ਹੈ? 3 ਦਾ। ਫਿਰ ਅਗਲੀ ਟਾਂਕ ਸੰਖਿਆ ਬੱਚੋ ਕਿੰਨੀ ਹੈ? 7। ਹੁਣ 1 3 ਤੇ 5 ਇਹ ਤਾਂ ਆਪਾਂ ਪਹਿਲੇ ਹੀ ਜੋੜੇ ਹੋਏ ਨੇ। ਇਹਦੇ ਵਿੱਚ 7 ਹੋਰ ਜੋੜ ਦਿਓ। ਕਿੰਨੇ ਬਣ ਗਏ? 16। ਇਹ ਕਿਹਦਾ ਹੈ? 4 ਦਾ ਵਰਗ। ਹੁਣ ਤੁਸੀਂ ਕਾਪੀ ਤੇ ਦੇਖੋ ਤੇ ਲਿਖੋ ਕਿ 7 ਦੇ ਵਿੱਚ ਦੇਖੋ 1 ਵੀ ਜੋੜਿਆ ਆਪਾਂ, 3 ਵੀ ਜੋੜਿਆ, 5 ਵੀ ਜੋੜਿਆ, 7 ਵੀ ਜੋੜਿਆ। ਇਹਨਾਂ ਦਾ ਜੋੜ ਬਣਦਾ 16। ਤਾਂ 16 ਦਾ 7 ਦੇ ਵਿੱਚ ਆਪਾਂ ਅੱਗੇ ਕੀ ਜਾਣਾ ਬੱਚਿਓ? 9। ਕਿਉਂਕਿ 7 ਤੋਂ ਅਗਲੀ ਟਾਂਕ ਸੰਖਿਆ ਕਿਹੜੀ ਹੈ? 9। ਤਾਂ ਜਦੋਂ ਇਹਦਾ ਆਪਾਂ ਜੋੜ ਕੀਤਾ ਬੱਚੇ ਇਹ ਬਣ ਗਿਆ 25। 25 ਕੀ ਹੈ? 5 ਦੀ ਘਾਤ 2 ਜਾਂ 5 ਦੀ ਸ਼ਕਤੀ 2। ਹੁਣ 9 ਤੋਂ ਅਗਲੀ ਟਾਂਕ ਸੰਖਿਆ ਬੱਚੋ ਕਿਹੜੀ ਹੈ? 11। ਬਿਲਕੁਲ ਠੀਕ ਹੈ, 11 ਜੋੜਾਂਗੇ ਆਪਾਂ। 25 ਆਪਣੇ ਕੋਲ ਜੋੜ ਬੱਚੋ ਪਹਿਲਾਂ ਆਉਣਾ, ਬਾਰ-ਬਾਰ ਨਹੀਂ ਆਪਣਾ ਜੋੜਨਾ ਬੱਚੇ, ਫਿਰ ਜੁੜੇ ਹੋਏ ਆਪਣੇ ਕੋਲੇ ਪਹਿਲਾਂ ਹੀ। ਦੇਖੋ 16 ਦੇ ਵਿੱਚ ਆਪਾਂ 9 ਜੋੜੇ 25 ਬਣ ਗਏ। ਹੁਣ 25 ਦੇ ਵਿੱਚ ਕੀ ਜੋੜਨਾ? 11 ਦਾ ਬੱਚੋ ਜੋੜ ਕੇ ਕੀ ਬਣ ਗਿਆ? 36। ਤਾਂ 36 ਨੂੰ ਬੱਚੇ ਆਪਾਂ ਕੀ ਲਿਖ ਸਕਦੇ ਹਾਂ? 6 ਦਾ ਵਰਗ। ਤਾਂ ਕੀ ਕਹਿ ਸਕਦੇ ਹਾਂ ਬੱਚੋ? ਕੀ ਆਪਣੇ ਕੋਲ ਇੱਕ ਕੀ ਰਿਜ਼ਲਟ ਬਣਿਆ ਤੇ ਕੀ ਇਹਦਾ ਸਿੱਟਾ ਨਿਕਲਿਆ ਕਿ ਪਹਿਲੀ n ਟਾਂਕ ਸੰਖਿਆਵਾਂ, ਭਾਵ ਆਪਾਂ ਜਿੰਨੀਆਂ ਮਰਜ਼ੀ ਟਾਂਕ ਸੰਖਿਆਵਾਂ ਜੋੜੀ ਜਾਈਏ ਉਹਨਾਂ ਦਾ ਜਿਹੜਾ ਜੋੜ ਹੈ ਉਹ ਕੀ ਬਣਦਾ ਹੈ? n ਸਕੁਏਅਰ, ਭਾਵ ਉਹਨਾਂ ਦਾ ਅੱਗੇ ਜੋੜ ਦਾ ਵਰਗ ਹੋਈ ਜਾਏਗਾ। ਜਿਵੇਂ ਜਿਵੇਂ ਆਪਾਂ ਜੋੜ ਦਾ ਜਾਈ ਜਾਵਾਂਗੇ ਤੇ ਉਹਦਾ n ਸਕੁਏਅਰ ਬਣਦਾ ਜਾਏਗਾ। ਭਾਵ ਜੇ ਆਪਾਂ n ਟਾਂਕ ਸੰਖਿਆਵਾਂ, n ਤੋਂ ਭਾਵ ਜਿੰਨੀਆਂ ਮਰਜ਼ੀ ਜੋੜ ਲਈ ਆਪਾਂ, ਤੇ ਉਹ ਉਹਨਾਂ ਦੇ ਜਿਹੜਾ ਹੈਗਾ ਜੋੜ, ਸੰਖਿਆਵਾਂ ਦੇ ਜੋੜ ਦਾ n ਸਕੁਏਅਰ ਹੈ। ਹੁਣ ਸੰਖਿਆਵਾਂ ਦਾ ਵਰਗ ਪਤਾ ਕਰਨਾ ਕਿ ਕਿਵੇਂ ਆਪਾਂ ਸੰਖਿਆਵਾਂ ਦਾ ਜਿਹੜਾ ਵਰਗ ਹੈ ਉਹ ਆਪਾਂ ਪਤਾ ਕਰਨਾ। ਦੇਖੋ ਜਿਹੜੀਆਂ ਤਾਂ ਬੱਚੇ ਹੈਗੀਆਂ ਛੋਟੀਆਂ ਸੰਖਿਆਵਾਂ, ਜਿਵੇਂ ਆਪਾਂ ਪਹਿਲਾਂ ਕੀਤੀਆਂ ਨੇ, 1 ਤੋਂ ਲੈ ਕੇ ਤੁਸੀਂ 20 ਤੱਕ ਲੈ ਲਓ ਜਾਂ ਉਹ ਲੈ ਲਓ ਤਾਂ ਬੱਚਾ ਯਾਦ ਕਰ ਸਕਦਾ ਹੈ। ਪਰ ਜਦੋਂ ਸੰਖਿਆਵਾਂ ਬੱਚੇ ਇਸ ਤੋਂ ਵੱਡੀਆਂ ਹੋਣ ਤਾਂ ਉਹਨਾਂ ਦਾ ਜਿਹੜਾ ਵਰਗ ਹੈ ਉਹ ਆਪਾਂ ਕਿਵੇਂ ਪਤਾ ਕਰਨਾ। ਹੁਣ ਜਿਵੇਂ ਆਪਣੇ ਕੋਲੇ ਬੱਚੋ 26 ਹੈ, ਤਰੀਕਾ ਆਪਾਂ ਆਸਾਨ ਲੈਣਾ। ਹੁਣ 26 ਨੂੰ ਆਪਾਂ ਬੱਚੋ 20 + 6 ਕਰਕੇ ਲਿਖ ਸਕਦੇ ਹਾਂ। ਲਿਖ ਸਕਦੇ ਕਿ ਨਹੀਂ ਲਿਖ ਸਕਦੇ? ਠੀਕ ਹੈ। ਫਿਰ ਆਪਾਂ ਕੀ ਕਰਨਾ ਹੈ, ਇਹਦੇ ਵਿੱਚ ਦੋ ਸੰਖਿਆਵਾਂ ਨੇ ਬੱਚੋ, ਦੇਖੋ ਧਿਆਨ ਨਾਲ, ਇੱਕ 20 ਹੈ, ਇੱਕ 6 ਹੈ। ਪਹਿਲਾਂ ਆਪਾਂ 20 ਨੂੰ ਬਾਹਰ ਰੱਖਣਾ, 20 + 6। ਫਿਰ ਇਹ ਜਾਂ ਦੂਜਾ ਜਿਹੜਾ ਡਿਜਿਟ ਆਪਾਂ ਉਹ ਬਾਹਰ ਰੱਖਣਾ, ਫਿਰ ਆਪਾਂ 20 + 6 ਲਿਖਣਾ।
यानी कि ਜਿਹੜੇ ਅੰਦਰ ਵਾਲੀ ਬ੍ਰੈਕਟ ਆ ਬੱਚੋ ਉਹੀ ਰਹੇਗੀ 20 + 6। ਜਿਹੜਾ ਡਿਜਿਟ ਹੈ ਉਹ ਚੇਂਜ ਹੁੰਦਾ ਰਹੇਗਾ। ਪਹਿਲਾਂ ਨਾਲ ਪਹਿਲਾਂ ਲੱਗੇਗਾ ਤੇ ਫਿਰ ਦੁਬਾਰਾ ਦੂਜਾ ਡਿਜਿਟ ਲੱਗੇਗਾ ਉਸੇ ਬ੍ਰੈਕਟ ਨਾਲ। ਇਹ ਧਿਆਨ ਰੱਖਣਾ ਬੱਚੋ। ਤਾਂ ਫਿਰ ਕੀ ਕੀਤਾ ਆਪਾਂ ਦੇਖੋ 20 ਦੀ 20 ਨਾਲ ਗੁਣਾ ਕੀ ਬਣ ਗਿਆ 20 ਦਾ ਵਰਗ, ਜਿਹੜਾ ਆਪਾਂ ਨੂੰ ਯਾਦ ਹੈ ਹੁਣੇ ਮੈਂ ਜ਼ੀਰੋ ਵਾਲੇ ਕਰਾ ਕੇ ਹਟਿਆ। ਤੇ 20 ਦੀ ਬੱਚੋ 6 ਨਾਲ ਗੁਣਾ ਤੇ 6 ਦੀ 20 ਨਾਲ ਗੁਣਾ, ਉਧਰੋਂ ਕੀ ਬਣ ਗਿਆ 6 ਦਾ ਵਰਗ। ਇਹ ਵੀ ਆਪਾਂ ਨੂੰ ਪਤਾ ਕਿਉਂਕਿ ਛੋਟੇ ਵਰਗ ਆਪਾਂ ਨੂੰ ਯਾਦ ਨੇ। 20 ਦਾ ਵਰਗ ਆਪਾਂ ਕੀਤਾ ਬੱਚੋ ਹੁਣੇ 400, 20 ਤੇ 6 ਦੀ ਗੁਣਾ 120 + 120 + 36। ਤੇ ਜਦੋਂ ਬੱਚੇ ਦਾ ਜੋੜ ਕਰਾਂਗੇ ਆਪਾਂ ਤਾਂ ਕਿੰਨਾ ਆ ਜਾਏਗਾ 676। ਤਾਂ ਇਸ ਤਰ੍ਹਾਂ ਦੀਆਂ ਬੱਚੋ ਹੋਰ ਸੰਖਿਆਵਾਂ ਜਿਹੜੀਆਂ ਇਸ ਤੋਂ ਵੱਡੀਆਂ ਵੀ ਹੋ ਸਕਦੀਆਂ ਨੇ, ਉਹਨਾਂ ਦਾ ਆਪਾਂ ਆਸਾਨੀ ਨਾਲ ਵਰਗ ਪਤਾ ਕਰ ਸਕਦੇ ਹਾਂ। ਹੁਣ ਜਿਵੇਂ ਅਗਲੀ ਸੰਖਿਆ ਬੱਚੋ ਆਪਾਂ ਇੱਥੇ ਲਈ ਹੋਈ ਹੈ, ਕਿੰਨੀ ਲਈ ਹੈ 54। ਤੇ 54 ਨੂੰ ਬੱਚੋ ਆਪਾਂ ਕਿਵੇਂ ਤੋੜ ਸਕਦੇ ਹਾਂ 50 + 4। ਉਹੀ ਲਿਖਿਆ ਕਿ 50 + 4। ਹੁਣ ਪਹਿਲਾ ਡਿਜਿਟ ਕੀ ਹੈ ਬੱਚੋ 50, ਤਾਂ 50 + 4 ਠੀਕ ਹੈ ਆ ਲਿਖਤਾ। ਦੂਜਾ ਡਿਜਿਟ ਕੀ ਹੈ ਬੱਚੋ 4, 4 ਬਾਹਰ ਰਹੇਗਾ ਤੇ ਅੰਦਰ ਆ ਗਿਆ 50 + 4। ਤਾਂ ਜਦੋਂ ਆਪਾਂ ਗੁਣਾ ਕਰਾਂਗੇ ਬੱਚੋ 50 ਦੀ 50 ਨਾਲ, ਇਹ 50 ਦਾ ਵਰਗ ਬਣ ਗਿਆ। ਫਿਰ 50 ਦੀ ਬੱਚੋ 4 ਨਾਲ ਹੋਏਗੀ, 4 ਦੀ 50 ਨਾਲ ਹੋਏਗੀ, ਗੁਣਾ ਬਰਾਬਰ ਆਣੀ ਹੈ। ਤੇ ਇਹ ਆ ਗਿਆ ਬੱਚੋ 4 ਦਾ ਵਰਗ। ਤਾਂ 50 ਦਾ ਵਰਗ ਆਪਾਂ ਕੀਤਾ 2500, ਇਹਨਾਂ ਦੇ ਗੁਣਾ 200 ਤੇ 200 ਬਣ ਗਏ। 4 ਦਾ ਵਰਗ ਬੱਚੇ ਆਪਣੇ ਕੋਲ ਕਿੰਨਾ ਆ ਗਿਆ 16। ਤੇ ਜਦੋਂ ਆਪਾਂ ਬੱਚੇ ਦਾ ਜੋੜ ਕਰਾਂਗੇ ਤਾਂ ਆਪਣੇ ਕੋਲ ਆ ਜਾਏਗਾ 2916। ਤਾਂ ਇਸ ਤਰੀਕੇ ਨਾਲ ਬੱਚੋ ਹੋਰ ਵੀ ਆਪਣੇ ਕੋਲ ਦੇਖਿਓ ਤੁਸੀਂ ਕੁਐਸਚਨ ਇਸ ਵਰਗ ਅਤੇ ਵਰਗਮੂਲ ਦੇ ਅਭਿਆਸ ਦੇ ਵਿੱਚ ਹੈਗੇ ਨੇ, ਉਹ ਤੁਸੀਂ ਆਪ ਕਰਕੇ ਜ਼ਰੂਰ ਦਿਖਾਣੇ ਨੇ ਟੀਚਰ ਨੂੰ। ਹੁਣ ਆਪਾਂ ਇੱਕ ਸਵਾਲ ਕਰਦੇ ਹਾਂ, ਤੁਸੀਂ ਵੀ ਕਰਨਾ ਨਾਲ। ਆਪਣੇ ਕੋਲ ਸਵਾਲ ਹੈਗਾ 43 ਦੀ ਸ਼ਕਤੀ 2। ਹੁਣ 43 ਨੂੰ ਬੱਚੇ ਆਪਾਂ ਕਿਵੇਂ ਲਿਖ ਸਕਦੇ ਹਾਂ ਬੋਲੋ 40 + 3 ਸਾਰੇ ਦੀ ਸ਼ਕਤੀ 2। ਠੀਕ ਹੈ ਬੱਚੋ। ਤਾਂ ਇਹਦੇ ਵਿੱਚ ਜਿਹੜਾ 40 ਡਿਜਿਟ ਆਪਾਂ ਪਹਿਲਾਂ ਲੈ ਲਿਆ, ਅੰਦਰ ਬੱਚੋ ਕੀ ਲਿਖਿਆ 40 + 3। ਫਿਰ ਬੱਚੋ ਆਪਾਂ ਦੂਜਾ ਡਿਜਿਟ ਲਿਆ 3, ਫਿਰ ਅੰਦਰ ਕੀ ਲਿਖਿਆ 40 + ਗੁਣਾ ਕਰਾਂਗੇ ਬੱਚੋ ਇਹਨਾਂ ਦੀ। 40 ਦੀ 40 ਨਾਲ ਕਰੀ ਬੱਚੋ, 40 ਦੀ ਸ਼ਕਤੀ ਕਿੰਨਾ ਆ ਗਿਆ ਬੱਚੋ 2 ਆ ਗਿਆ, ਪਲੱਸ 40 × 3 ਪਲੱਸ 3 × 40 ਪਲੱਸ ਇਹ ਆ ਗਿਆ ਬੱਚੋ 3 ਦੀ ਸ਼ਕਤੀ 2। ਕਿਉਂਕਿ ਆਪਾਂ ਕੀ ਕਰਨਾ ਹੈ 3 ਦੀ 2 ਵਾਰੀ ਗੁਣਾ ਕਰਨੀ ਹੈ, ਆਪਾਂ 3 ਦੀ ਸ਼ਕਤੀ 2 ਲਿਖ ਸਕਦੇ ਹਾਂ। ਇਹਦੇ ਵਿੱਚ ਬੱਚੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਕਿਵੇਂ ਆਪਾਂ ਇਸ ਦਾ ਵਰਗ ਕਰਨਾ ਹੈ। 16 ਨਾਲ ਕਿੰਨੀਆਂ ਜ਼ੀਰੋਆਂ 2। ਹੁਣ ਇਹ ਭੁੱਲਣਾ ਨਹੀਂ ਹੈਗਾ, ਆਪਾਂ ਯਾਦ ਰੱਖਣਾ। ਤੇ ਬੱਚੋ 40 ਦੀ 30 ਨਾਲ ਕਰੋਗੇ 120, ਨੈਕਸਟ ਫਿਰ 120 ਆਏਗਾ ਦੋਨਾਂ ਦਾ। ਤੇ 3 ਦਾ ਬੱਚੋ ਜਦੋਂ ਆਪਾਂ ਵਰਗ ਕਰਾਂਗੇ ਤਾਂ ਕਿੰਨਾ ਆ ਜਾਏਗਾ 9 ਆ ਜਾਏਗਾ। ਹੁਣ ਜਦੋਂ ਬੱਚੇ ਇਹਨਾਂ ਦੀ ਗੁਣਾ ਕਰਾਂਗੇ ਆਪਾਂ ਤਾਂ ਇਹ ਬਣ ਜਾਏਗੀ ਬੱਚੋ 1600। ਦੇਖੋ ਬੱਚੇ ਕਿ 100 ਇਹ 18, ਇਹ ਬਣ ਜਾਏਗੀ ਬੱਚੋ ਤੁਹਾਡੇ ਕੋਲ 1849। ਤਾਂ ਇਸ ਤਰੀਕੇ ਨਾਲ ਬੱਚੋ ਆਪਾਂ ਸਵਾਲ ਹੋਰ ਕਰਕੇ ਦੇਖਣੇ ਨੇ, ਤਾਂ ਹੀ ਆਪਾਂ ਨੂੰ ਇਹ ਸਵਾਲ ਚੰਗੀ ਤਰ੍ਹਾਂ ਆਉਣਗੇ। ਹੁਣ ਆ ਜਾਓ ਬੱਚੋ ਆਪਾਂ ਵਰਗਮੂਲ ਤੇ। ਵਰਗਮੂਲ ਵਰਗ ਦਾ ਉਲਟ, ਜਿਵੇਂ ਵਰਗਮੂਲ 4 ਦਾ ਜਿਹੜਾ ਵਰਗ ਹੈ ਬੱਚੋ ਕਿੰਨਾ ਹੋ ਗਿਆ 2, ਕਿਉਂਕਿ 2 ਦੀ ਸ਼ਕਤੀ 2 ਕਿੰਨਾ ਬਣਦਾ 4। ਠੀਕ ਹੈ ਬੱਚੋ। ਇਸੇ ਤਰ੍ਹਾਂ ਵਰਗਮੂਲ 9 ਕਿਹਦੇ ਬਰਾਬਰ ਹੈ ਬੱਚੋ 3 ਦੇ, ਕਿਉਂਕਿ 3 ਦੀ ਸ਼ਕਤੀ 2 ਕਿੰਨਾ ਬਣਦਾ ਹੈ 9। ਫਿਰ ਆਪਾਂ 64 ਲੈ ਲਿਆ, ਉਹ ਕਿਹਦਾ ਬਣੇਗਾ ਬੱਚੋ 8 ਦਾ। ਹੁਣ ਇੱਕ ਸੰਖਿਆ ਉਰੇ 144, ਇਹ ਕਿੰਨੇ ਦਾ ਬਣੇਗਾ ਬੱਚੋ 12 ਦਾ, ਕਿਉਂਕਿ 12 ਦੀ ਸ਼ਕਤੀ 2 ਹੈ ਜਿਹੜੀ ਬੱਚੋ ਬਣਦੀ ਹੈ 144। ਤੇ ਉਹ ਮੈਂ ਤੁਹਾਨੂੰ ਬੱਚੋ ਦੱਸਿਆ ਵਰਗਮੂਲ 1 ਦਾ ਜਿਹੜਾ ਵਰਗ ਹੈ ਉਹ ਵੀ 1 ਹੁੰਦਾ, ਕਿਉਂਕਿ 1 ਦੀ ਸ਼ਕਤੀ 2 ਆਪਣੇ ਕੋਲ 1 ਹੈ। ਜ਼ਰੂਰ ਯਾਦ ਰੱਖਣਾ ਤੁਸੀਂ
ਇਸ 'ਚ ਕਾफ़ी ਗਲਤੀ ਹੁੰਦੀ ਹੈ ਬੱਚਿਆਂ ਕੋਲੋਂ। ਤੇ ਵਰਗਮੂਲ 0 ਦਾ 0, ਕਿਉਂਕਿ 0 ਜਦੋਂ ਆਪਾਂ ਵਰਗ ਕਰਾਂਗੇ ਤਾਂ 0 ਹੀ ਰਹੇਗਾ। ਹੁਣ ਵਰਗਮੂਲ ਦੇ ਵਿੱਚ ਬੱਚਿਓ ਅੱਗੇ ਕੀ ਆਇਆ ਇਸ ਦਾ ਰਿਜ਼ਲਟ? ਕਿਸੇ ਅੰਕ ਦਾ ਵਰਗਮੂਲ ਉਹ ਅੰਕ ਹੈ ਜਿਸ ਨੂੰ ਆਪਣੇ ਆਪ ਨਾਲ ਗੁਣਾ ਕਰਨ 'ਤੇ ਉਹ ਅੰਕ ਪ੍ਰਾਪਤ ਹੋ ਜਾਵੇ। ਇਹ ਹੈ ਬੱਚਿਓ ਕਿ ਜਿਸ ਨੂੰ ਆਪਣੇ ਆਪ ਨਾਲ ਗੁਣਾ ਕਰਨ 'ਤੇ, ਭਾਵ ਉਹੀ ਅੱਖਰ ਕਰਨ 'ਤੇ ਉਹ ਅੰਕ ਪ੍ਰਾਪਤ ਹੋ ਜਾਵੇ। ਹੁਣ ਇਹਦੇ ਵਿੱਚ ਐਗਜ਼ਾਮਪਲ ਦੇਖੋ ਬੱਚਿਓ, ਜਿਵੇਂ ਆਪਾਂ ਵਰਗ ਦੀ ਦਿਖਾਈ ਸੀਗੀ, ਵਰਗਮੂਲ ਦੀ ਹੈ। ਹੁਣ ਇਸ ਦੇ ਵਿੱਚ ਇਹ ਕਿੰਨੇ ਦਾ ਵਰਗਮੂਲ ਬਣਿਆ ਦੱਸ ਸਕਦੇ ਹੋ ਬੱਚਿਓ? 4 ਦਾ ਵਰਗਮੂਲ। ਤੇ ਕਿੰਨਾ ਬਣਿਆ ਬੱਚਿਓ? 2। ਨੈਕਸਟ ਇਹ ਕਿੰਨੇ ਦਾ ਦੱਸ ਸਕਦੇ ਹੋ ਬੱਚਿਓ? ਗਿਣ ਕੇ ਵੀ ਦੱਸ ਸਕਦੇ ਹੋ ਤੁਸੀਂ, ਔਰ ਵਿੱਚ ਤੁਹਾਨੂੰ ਗਿਣਤੀ ਦਿਖ ਵੀ ਰਹੀ ਹੈ ਕਿੰਨੇ ਦਾ? 9 ਦਾ। ਕਿੰਨਾ ਬਣਿਆ? 3। ਇਸੇ ਤਰ੍ਹਾਂ ਅੱਗੇ ਇਹ ਕਿੰਨੇ ਦਾ ਗਿਣ ਕੇ ਦੇਖ ਸਕਦੇ ਹੋ ਤੁਸੀਂ? 1 2 3 4। ਤਾਂ ਕਿੰਨੇ ਦਾ ਬਣਿਆ ਬੱਚਿਓ? ਇਹ 4 ਦਾ। 16 ਦਾ ਵਰਗਮੂਲ ਕਿੰਨਾ ਬਣ ਗਿਆ ਬੱਚਿਓ? 4। ਨੈਕਸਟ ਹੁਣ ਇਹ ਦੱਸੋ ਬੱਚਿਓ ਕਿੰਨੇ ਦਾ? ਗਿਣ ਵੀ ਸਕਦੇ ਹੋ ਤੁਸੀਂ ਔਰ ਦੱਸ ਵੀ ਸਕਦੇ ਹੋ। 1 2 3 4 5। 25 ਦਾ ਵਰਗਮੂਲ ਕਿੰਨਾ ਬਣ ਗਿਆ ਬੱਚਿਓ? 5। 5 ਦਾ ਹੋ ਗਿਆ। ਹੁਣ ਇਸ ਦੇ ਵਿੱਚ ਬੱਚੋ ਪੂਰਨ ਵਰਗ, ਕਿਸੇ ਅੰਕ ਨੂੰ ਪੂਰਨ ਵਰਗ ਤਾਂ ਹੀ ਕਿਹਾ ਜਾ ਸਕਦਾ ਜੇਕਰ ਉਸ ਦਾ ਵਰਗਮੂਲ ਪੂਰਨ ਸੰਖਿਆ ਹੋਵੇ। ਜਿਵੇਂ 49 ਇੱਕ ਪੂਰਨ ਵਰਗ ਹੈ। ਕਿਉਂ? ਕਿਉਂਕਿ ਵਰਗਮੂਲ 49 ਜਾਂ 7 ਦਾ ਵਰਗਮੂਲ ਜਿਹੜਾ ਵਰਗ ਹੈ ਉਹ 49 ਹੈ, ਜਾਂ ਵਰਗਮੂਲ 49 ਦਾ ਜਿਹੜਾ ਮੁੱਲ ਹੈ ਉਹ 7 ਹੈ। ਔਰ ਇਹ ਦੇਖੋ ਜਿਵੇਂ 1 ਹੈ, 1 ਦਾ 1 ਹੈ, ਫਿਰ 4 ਹੈ, 4 ਦਾ ਕਿੰਨਾ ਬੱਚੋ? ਦੇਖੋ ਆ ਦੇਖੋ 2। 9 ਦਾ ਕਿੰਨਾ ਬੱਚਿਓ? ਆ ਦੇਖੋ 3। ਤੇ 16 ਦਾ ਵੀ ਤੁਸੀਂ ਗਿਣ ਸਕਦੇ ਹੋ ਕਿੰਨਾ ਬਣਦਾ? 4 ਬਣ ਸਕਦਾ। ਚਾਹੇ ਤੁਸੀਂ ਇਸ ਸਾਈਡ ਤੋਂ ਗਿਣ ਲਓ, ਚਾਹੇ ਇਸ ਸਾਈਡ ਤੋਂ ਗਿਣ ਲਓ। ਤਾਂ ਇਸ ਨੂੰ ਆਪਾਂ ਕੀ ਕਹਿੰਦੇ ਆ? ਪੂਰਨ ਵਰਗ। ਹੁਣ ਬੱਚੋ ਜਿਵੇਂ ਆਪਾਂ ਵਰਗ ਪਤਾ ਕੀਤਾ, ਇਸ ਤਰ੍ਹਾਂ ਵਰਗਮੂਲ ਨੂੰ ਵੀ ਆਪਾਂ ਪਤਾ ਕਰਨ ਦੀ ਜਿਹੜੀ ਵਿਧੀ ਹੈ, ਸਭ ਤੋਂ ਪਹਿਲੀ ਵਿਧੀ ਹੈਗੀ ਹੈ ਬੱਚੋ ਆਪਣੀ, ਕਿਹੜੀ ਵਿਧੀ ਹੈ ਉਹ? ਘਟਾਓ ਵਿਧੀ। ਔਰ ਇਹਦੇ ਜਿਹੜਾ ਵੀ ਬੱਚੋ ਤੁਸੀਂ ਅੱਖਰ ਘਟਾਉਣਾ ਉਹ ਧਿਆਨ ਨਾਲ ਘਟਾਉਣਾ। ਅਗਰ ਨਹੀਂ ਘਟਾਓਗੇ ਤਾਂ ਆਪਣਾ ਜਵਾਬ ਸਹੀ ਨਹੀਂ ਆਏਗਾ। ਜਿਵੇਂ ਆਪਾਂ ਕੁਝ ਨੰਬਰਸ ਨੇ ਇਹਦੇ ਵਿੱਚ, ਜਿਵੇਂ 100 ਹੈ, ਆਪਾਂ ਉਹਦਾ ਵਰਗਮੂਲ ਪਤਾ ਕਰਕੇ ਦੇਖਦੇ ਹਾਂ ਘਟਾਓ ਵਿਧੀ ਰਾਹੀਂ। ਫਿਰ 81 ਦਾ ਦੇਖਾਂਗੇ, ਫਿਰ 64 ਦਾ ਦੇਖਾਂਗੇ। ਹੁਣ ਬੱਚੇ ਇਸ 'ਚੋਂ ਤੁਸੀਂ ਘਟਾਣੇ ਕਿਹੜੇ ਅੱਖਰ ਨੇ? ਵਰਗਮੂਲ ਪਤਾ ਕਰਨ ਵਾਸਤੇ ਘਟਾਣੇ ਕਿਹੜੇ ਅੱਖਰ ਨੇ? ਟਾਂਕ ਸੰਖਿਆਵਾਂ। ਟਾਂਕ ਸੰਖਿਆਵਾਂ ਤੁਹਾਨੂੰ ਦੱਸਿਆ ਸੀਗੀਆਂ ਕਿਹੜੀਆਂ ਕਿਹੜੀਆਂ ਤੇ ਕਿੱਥੋਂ ਸ਼ੁਰੂ ਹੁੰਦੀ ਹੈ? ਕਿੱਥੋਂ ਸ਼ੁਰੂ ਹੁੰਦੀ ਹੈ ਬੱਚਿਓ? 1 ਤੋਂ। ਤਾਂ ਆਪਾਂ ਨੇ ਬੱਚਿਓ ਸੰਖਿਆ ਲੈ ਲਈ, ਕਿਹੜੀ ਲਈ ਹੈ ਬੱਚਿਓ? 100। ਹੁਣ ਤੁਸੀਂ 100 ਦੇ ਵਿੱਚੋਂ ਪਹਿਲੀ ਟਾਂਕ ਸੰਖਿਆ ਘਟਾਣੀ ਹੈ। ਪਹਿਲੀ ਟਾਂਕ ਸੰਖਿਆ ਬੱਚਿਓ ਕੀ ਹੈ? 1। ਤਾਂ 100 ਦੇ ਵਿੱਚੋਂ ਬੱਚੇ 1 ਕਢਾ ਦਿਓ, ਕਿੰਨਾ ਆਏਗਾ ਤੁਹਾਡੇ ਕੋਲੇ? 99। ਔਰ ਘਟਾਉਣਾ ਬੱਚੋ ਧਿਆਨ ਨਾਲ ਹੈ। ਤੇ ਫਿਰ ਅਗਲੀ ਜਿਹੜੀ ਟਾਂਕ ਸੰਖਿਆ ਬੱਚੋ ਕਿੰਨੀ ਆਪਣੇ ਕੋਲੇ? 3। ਤੇ 99 ਦੇ ਵਿੱਚੋਂ ਬੱਚੋ ਫਿਰ 3 ਘਟਾਉਣਾ ਹੈ। ਜੋ ਸੰਖਿਆ ਇੱਧਰ ਘਟਾ ਕੇ ਆਏਗੀ ਉਸ ਚੋਂ ਅੱਗੇ ਆਪਾਂ ਨੇ ਸੰਖਿਆਵਾਂ ਘਟਾਉਣੀਆਂ ਨੇ। ਹੁਣ ਜਿਵੇਂ ਉਰੇ ਕਿੰਨਾ ਆ ਗਿਆ ਬੱਚੋ? 96 ਆ ਗਿਆ, 96 ਆ ਗਿਆ। ਹੁਣ 96 ਦੇ ਵਿੱਚੋਂ ਅੱਗੇ ਆਪਣੀ ਟਾਂਕ ਸੰਖਿਆ ਕਿਹੜੀ ਹੈ? 5। ਯਾਨੀ ਕਿ 96 ਦੇ ਵਿੱਚੋਂ ਆਪਾਂ ਮਾਈਨਸ ਕੀ ਕਰਨਾ? 5। ਤਾਂ ਕਿੰਨਾ ਬਣੇਗਾ? 91। ਫਿਰ ਨੈਕਸਟ ਟਾਂਕ ਸੰਖਿਆ ਬੱਚੋ ਕਿਹੜੀ ਹੈ? 5 ਤੋਂ ਅੱਗੇ ਕਿਹੜੀ ਹੈ? 7। ਤਾਂ 91 ਦੇ ਵਿੱਚੋਂ ਕਿੰਨੇ ਆਪਾਂ ਮਾਈਨਸ ਕਰਾਂਗੇ, ਸਬਟਰੈਕਟ ਕਰਾਂਗੇ? 84 ਰਹਿ ਗਏ। ਫਿਰ 84 ਦੇ ਵਿੱਚੋਂ ਬੱਚੋ ਨੈਕਸਟ ਜਿਹੜੀ ਟਾਂਕ ਸੰਖਿਆ ਹੈ ਉਹ ਹੈ 9। ਤਾਂ 84 ਦੇ ਵਿੱਚੋਂ ਆਪਾਂ 9 ਨੂੰ ਸਬਟਰੈਕਟ ਕੀਤਾ ਤਾਂ ਕਿੰਨਾ ਆ ਗਿਆ ਆਪਣੇ ਕੋਲ ਬੱਚੋ? 75। ਹੁਣ 75 ਦੇ ਵਿੱਚੋਂ ਆਪਾਂ ਬੱਚੋ ਨੈਕਸਟ ਜਿਹੜੀ ਆਪਣੇ ਕੋਲ ਟਾਂਕ ਸੰਖਿਆ ਬਣ ਰਹੀ ਹੈ ਉਹ 11। ਤਾਂ 75 ਦੇ ਵਿੱਚੋਂ 11 ਨੂੰ ਆਪਾਂ ਸਬਟਰੈਕਟ ਕੀਤਾ ਤਾਂ ਕਿੰਨਾ ਆ ਗਿਆ ਬੱਚੋ? 64। ਇਹ ਆਪਾਂ ਬੱਚੋ ਮਾਈਨਸ ਕਰਦੇ ਜਾਣਾ। ਫਿਰ
64 है, 64 ਦੇ ਵਿੱਚੋਂ ਆਪਾਂ 13 ਮਾਈਨਸ ਕਰਤਾ ਕਿਉਂਕਿ ਨੈਕਸਟ ਅੰਕ ਸੰਖਿਆ 11 ਤੋਂ ਬਾਅਦ 13 ਹੈ, 13 ਹੈ, ਤਾਂ ਉਹ ਆ ਗਿਆ ਬੱਚੋ ਘਟਾ ਕੇ 51, 51 ਆ ਗਿਆ। ਫਿਰ ਨੈਕਸਟ 51 ਦੇ ਵਿੱਚੋਂ ਟਾਂਕ ਸੰਖਿਆ ਕਿਹੜੀ ਨਿਕਲੇਗੀ 15, ਤਾਂ ਕਿੰਨਾ ਬਚ ਗਿਆ ਬੱਚੋ 36, 36 ਬਚ ਗਿਆ। ਹੁਣ ਬੱਚੋ 36 ਦੇ ਵਿੱਚੋਂ ਨੈਕਸਟ ਜਿਹੜੀ ਟਾਂਕ ਸੰਖਿਆ ਹੈ ਉਹ ਹੈ 17, 17, ਠੀਕ ਹੈ। ਹੁਣ 36 ਦੇ ਵਿੱਚੋਂ ਬੱਚੋ ਤੁਸੀਂ 17 ਕੱਢੋਗੇ ਤਾਂ 19 ਬਚ ਗਿਆ, 19 ਬਚ ਗਿਆ। ਹੁਣ ਬੱਚੋ ਜਿਹੜਾ ਆ 19 ਹੈ, ਧਿਆਨ ਦਿਓ ਜਰਾ, ਆ ਜਿਹੜਾ 19 ਹੈ ਨਾ ਇਹ ਵਾਲਾ 19 ਹੈ, ਠੀਕ ਹੈ। ਤੇ ਜਿਹੜਾ ਆ 19 ਹੈ ਬੱਚੋ ਇਹ ਇਸ ਦੀ ਅਗਲੀ ਕੀ ਹੈ ਟਾਂਕ ਸੰਖਿਆ ਹੈ ਜਿਹੜੀ ਕਿ 17 ਤੋਂ ਬਾਅਦ ਆਉਂਦੀ ਹੈ। ਤਾਂ 19 ਦੇ ਵਿੱਚੋਂ 19 ਮਾਈਨਸ ਕੀਤਾ ਆਪਣਾ ਕਿੰਨਾ ਆ ਗਿਆ 0। ਤਾਂ ਆਪਾਂ ਨੇ ਬੱਚੋ ਉੱਥੇ ਤੱਕ ਟਾਂਕ ਸੰਖਿਆਵਾਂ ਮਾਈਨਸ ਕਰਨੀਆਂ ਨੇ ਜਿੱਥੇ ਤੱਕ ਸਾਡਾ ਰਿਜ਼ਲਟ ਕੀ ਨਾ ਆ ਜਾਵੇ 0 ਨਾ ਆ ਜਾਵੇ। ਤਾਂ ਧਿਆਨ ਕੀ ਰੱਖਣਾ ਬੱਚੋ, ਜਿਹੜਾ ਵੀ ਤੁਸੀਂ ਮਾਈਨਸ ਕਰੋਗੇ ਧਿਆਨ ਨਾਲ ਕਰਿਓ ਕਿਉਂਕਿ ਅਗਰ ਕਿਤੇ ਇੱਕ ਅੱਖਰ ਦੀ ਗਲਤੀ ਹੋਗੀ ਤਾਂ ਤੁਹਾਡੇ ਕੋਲੇ ਬੱਚੋ ਆ 0 ਨਹੀਂ ਆਏਗੀ, ਠੀਕ ਹੈ। ਤਾਂ ਹੁਣ ਕੀ ਕਰਨਾ ਆਪਾਂ ਗਿਣ ਲਓ ਇਹਨਾਂ ਨੂੰ, ਜਿਵੇਂ 1 2 3 4 5 6 7 8 9 10। ਤਾਂ ਬੱਚੋ ਕਿੰਨੇ ਤੇ ਜਾ ਕੇ 0 ਆਇਆ ਹੈ 10 ਤੇ, ਤਾਂ ਇਹਦਾ ਜਵਾਬ ਕੀ ਆ ਗਿਆ 10। ਨੈਕਸਟ 81, ਇਹਦਾ ਦੇਖਦੇ ਆਪਾਂ ਕਰਕੇ। ਪਹਿਲੀ ਟਾਂਕ ਸੰਖਿਆ ਬੱਚੋ ਕੀ ਮਾਈਨਸ ਕੀਤੀ 1, ਕਿੰਨਾ ਆ ਗਿਆ 80, 80 ਆ ਗਿਆ। ਨੈਕਸਟ ਟਾਂਕ ਸੰਖਿਆ ਬੱਚੋ ਕੀ ਮਾਈਨਸ ਕੀਤੀ 3, ਤੇ ਕਿੰਨਾ ਆਏਗਾ ਬੱਚੋ 77। 80 ਦੇ ਵਿੱਚੋਂ 3 ਸਬਟਰੈਕਟ ਕਰਾਂਗੇ ਤਾਂ 77 ਹੀ ਆਏਗਾ ਨਾ ਬੱਚੋ। ਹੁਣ ਨੈਕਸਟ ਟਾਂਕ ਸੰਖਿਆ ਕਿਹੜੀ ਹੈ ਬੱਚੋ 3 ਤੋਂ ਅਗਲੀ 5 ਹੈ। ਤਾਂ 77 ਦੇ ਵਿੱਚੋਂ 77 ਦੇ ਵਿੱਚੋਂ ਆਪਾਂ 5 ਮਾਈਨਸ ਕਰਾਂਗੇ ਤਾਂ ਕਿੰਨਾ ਆ ਗਿਆ 72, 72 ਆ ਗਿਆ। ਮਾਈਨਸ ਬੱਚੋ ਬਾਰ-ਬਾਰ ਕਰਿਆ ਮੈਂ, ਧਿਆਨ ਨਾਲ ਕਰਨੀ ਹੈ ਉਸ 'ਚ ਗਲਤੀ ਨਾ ਹੋਵੇ। ਹੁਣ 72 ਦੇ ਵਿੱਚੋਂ ਨੈਕਸਟ ਜੋ ਟਾਂਕ ਸੰਖਿਆ ਹੈ ਉਹ ਹੈ 7, ਉਹ ਮਾਈਨਸ ਕੀਤੀ ਤਾਂ ਕਿੰਨਾ ਆ ਗਿਆ ਬੱਚੋ 65। ਫਿਰ 9 ਕਰਕੇ ਕਿੰਨਾ ਆ ਗਿਆ ਬੱਚੋ 56। ਫਿਰ 56 ਦੇ ਵਿੱਚੋਂ ਬੱਚੋ ਤੁਸੀਂ ਮਾਈਨਸ ਕੀਤਾ 11 ਮਾਈਨਸ ਕੀਤਾ ਤਾਂ ਕਿੰਨਾ ਆ ਗਿਆ 45, 45 ਆ ਗਿਆ। 45 ਦੇ ਵਿੱਚੋਂ ਬੱਚੋ ਨੈਕਸਟ ਜੋ ਤੁਹਾਡੀ ਟਾਂਕ ਸੰਖਿਆ ਹੈਗੀ ਹੈ ਉਹ ਹੈਗੀ ਹੈ 13, 13 ਮਾਈਨਸ ਕਰੋਗੇ ਤਾਂ ਕਿੰਨਾ ਆ ਗਿਆ 32, 32 ਆ ਗਿਆ। ਤਾਂ 13 ਤੋਂ ਬਾਅਦ ਬੱਚੋ ਟਾਂਕ ਸੰਖਿਆ 13 ਤੋਂ ਬਾਅਦ 15 ਹੈ। 32 ਦੇ ਵਿੱਚੋਂ 15 ਮਾਈਨਸ ਕਰਾਂਗੇ ਤਾਂ 17 ਆਏਗਾ। ਹੁਣ ਫਿਰ ਆਪਣੇ ਕੋਲੇ ਦੋ ਅੱਖਰ ਸੇਮ ਇਕੱਠੇ ਹੋ ਗਏ 17 ਮਾਈਨਸ 17। ਇੱਕ ਆਹ ਵਾਲਾ 17 ਹੈ ਬੱਚੋ ਪਤਾ ਹੈ, ਇੱਕ ਟਾਂਕ ਸੰਖਿਆ ਵਾਲਾ 17 ਹੈ, 0 ਆ ਗਈ। ਤਾਂ ਇੱਥੇ ਸਾਡਾ ਜਵਾਬ ਬਣੇਗਾ। ਗਿਣ ਕੇ ਦੇਖਦੇ ਹਾਂ ਆਪਾਂ, ਦੇਖ ਲਓ ਆਹੀ 1 2 3 4 5 6 7 ਤੇ 1 8 9 ਬਣਦੇ ਆ ਬੱਚੇ। ਇਹ 1 2 3 4 5 6 7 8 9 ਤਾਂ ਕਿੰਨਾ ਹੋ ਗਿਆ ਬੱਚੋ ਯਸ। ਹੁਣ ਬੱਚੇ ਇੱਕ ਸਵਾਲ ਤੁਸੀਂ ਵੀ ਕਰੋ, ਮੈਂ ਵੀ ਕਰਦਾ। 64 ਦਾ ਆਪਾਂ ਘਟਾਓ ਵਿਧੀ ਰਾਹੀਂ ਬੱਚੋ ਵਰਗਮੂਲ ਪਤਾ ਕਰਨਾ। ਤਾਂ 64 ਬੱਚੋ 64 ਦੇ ਵਿੱਚੋਂ ਮਾਈਨਸ 1 ਕੀਤਾ ਤਾਂ ਕਿੰਨਾ ਆ ਗਿਆ ਬੱਚੋ 63। ਨਾਲ ਨਾਲ ਤੁਸੀਂ ਵੀ ਕਰਨਾ। ਫਿਰ ਬੱਚੋ ਆਪਾਂ 63 ਦੇ ਵਿੱਚੋਂ ਕਿੰਨਾ ਮਾਈਨਸ ਕਰਾਂਗੇ ਤੇ ਕਿੰਨਾ ਆ ਗਿਆ ਬੱਚੋ 60। ਫਿਰ ਨੈਕਸਟ 60 ਦੇ ਵਿੱਚੋਂ ਬੱਚੋ ਮਾਈਨਸ ਕਰਾਂਗੇ 5, ਕਿੰਨਾ ਆ ਗਿਆ 55। ਮਾਈਨਸ ਬੱਚੋ ਧਿਆਨ ਨਾਲ ਕਰਨਾ। ਹੁਣ 55 ਦੇ ਵਿੱਚੋਂ 55 ਦੇ ਵਿੱਚੋਂ ਕਿੰਨੇ ਮਾਈਨਸ ਕਰੀਏ ਬੱਚੋ ਬੋਲੋ 7, ਤਾਂ ਕਿੰਨਾ ਆ ਗਿਆ ਬੱਚੋ 48। ਠੀਕ ਹੈ।
फिर 48 ਦੇ ਵਿੱਚੋਂ ਬੱਚੋ ਮਾਈਨਸ ਕਰੋਗੇ 9, क्योंकि 7 तो ਜਿਹੜਾ ਅਗਲਾ ਆਪਣੇ ਕੋਲੇ टांक संख्या है वो 9 है। ये कितनी हो जाएगी बच्चों 39। ठीक है बच्चों, हुण 39 ਦੇ ਵਿੱਚੋਂ 11 ਮਾਈਨਸ ਕਰਾਂਗੇ, ਇਹ ਬਣ ਗਈ ਬੱਚੋ ਤੁਹਾਡੇ ਕੋਲ 28। ਠੀਕ ਹੈ ਬੱਚੋ, ਤਾਂ 28 ਦੇ ਵਿੱਚੋਂ 13 ਮਾਈਨਸ ਕਰ ਦਿਓ। 28 ਦੇ ਵਿੱਚੋਂ 13 ਆਪਾਂ ਜਦੋਂ ਘਟਾਵਾਂਗੇ ਤਾਂ ਬੱਚੋ ਕਿੰਨੇ ਬਣ ਗਏ 15। ਹੁਣ ਬੱਚੋ ਆ ਜਿਹੜਾ 15 ਮੈਂ ਇੱਥੇ ਲਿਖ ਰਿਹਾ -15 ਜੀ। ਆਪਾਂ ਗਿਣਦੇ ਹਾਂ 1 2 3 4 5 6 7 ਤੇ 8 ਬੱਚੋ ਆਪਣਾ ਇਸ ਦਾ ਜਵਾਬ ਬਣਦਾ। ਤਾਂ ਕਾਫੀ ਜਿਹੜੇ ਕੁਐਸਚਨ ਆ ਇਹ ਜ਼ਰੂਰੀ ਨਹੀਂ ਕਿ ਤੁਸੀਂ ਬੁੱਕ ਚੋਂ ਕਰਨੇ, ਆਪਣੇ ਆਪ ਤੋਂ ਵੀ ਕੋਈ ਰਕਮ ਲਿਖ ਕੇ ਉਹਦਾ ਤੁਸੀਂ ਵਰਗਮੂਲ ਕੱਢ ਕੇ ਦੇਖ ਸਕਦੇ ਹੋ। ਉਹਦੇ ਵਿੱਚ ਇੱਕ ਤਾਂ ਤੁਹਾਨੂੰ ਮਾਈਨਸ ਕਰਨਾ ਥੋੜ੍ਹਾ ਬਹੁਤ ਵਧੀਆ ਉਹ ਚੰਗਾ ਬਣ ਜਾਏਗਾ, ਤੁਸੀਂ ਮਾਈਨਸ ਬੜੀ ਛੇਤੀ ਕਰ ਲਓਗੇ। ਨਾਲ ਇੱਕ ਚੈੱਕ ਵੀ ਹੋ ਜਾਏਗਾ ਕਿ ਸਾਡਾ ਜਵਾਬ ਸਹੀ ਆ ਰਿਹਾ, ਕਿ ਜੇ ਕਿਤੇ ਮਾਈਨਸ ਗਲਤ ਹੋਏਗਾ ਤਾਂ ਤੁਹਾਡੇ ਕੋਲੇ ਇਹ ਕਿਤੇ ਵੀ ਜਾ ਕੇ 0 ਨਹੀਂ ਆਏਗੀ। ਹੁਣ ਬੱਚਿਓ ਇੱਕ ਸਵਾਲ ਮੈਂ ਤੁਹਾਨੂੰ ਦੱਸ ਰਿਹਾ, ਇਹਨੂੰ ਤੁਸੀਂ ਦੇਖਣਾ, ਧਿਆਨ ਨਾਲ ਸਮਝਣਾ ਕਿ ਸਭ ਤੋਂ ਛੋਟੀ ਵਰਗ ਸੰਖਿਆ ਪਤਾ ਕਰਨੀ ਹੈ ਜਿਹੜੀ 4 9 10 ਹਰੇਕ ਨਾਲ ਵੰਡੀ ਜਾਵੇ। ਸਭ ਤੋਂ ਛੋਟੀ ਸੰਖਿਆ ਪਤਾ ਕਰਨੀ ਹੈ ਜੋ ਕਿ 4 9 10 ਹਰੇਕ ਨਾਲ ਵੰਡੀ ਜਾਵੇ। ਤਾਂ ਇਹਦੇ ਵਿੱਚ ਬੱਚੋ ਜ਼ਿਆਦਾ ਤੁਸੀਂ ਕਨਫਿਊਜ਼ ਨਹੀਂ ਹੋਣਾ, ਜ਼ਿਆਦਾ ਉਲਝਣਾ ਨਹੀਂ ਹੈਗਾ। ਇਹਦਾ ਤੁਸੀਂ ਪਹਿਲਾਂ ਨਾ ਵਰਗਮੂਲ ਪਤਾ ਕਰ ਲੈਣਾ ਵਰਗਮੂਲ ਦੇ ਤਰੀਕੇ ਨਾਲ। ਜਿਵੇਂ 4 9 10 ਦਾ ਆਪਾਂ ਨੇ ਵਰਗਮੂਲ ਪਤਾ ਕੀਤਾ, ਠੀਕ ਹੈ, ਤਾਂ ਵਰਗਮੂਲ ਦੇ ਵਿੱਚ ਕੀ ਆ ਗਿਆ ਸਾਡੇ ਕੋਲੇ 1 2 2 ਦੂਏ ਆ ਗਏ, 2 3 ਆ ਗਏ, ਤੇ ਬੱਚੋ 5 ਕਿੰਨਾ ਆਇਆ 1 ਆਇਆ। ਤਾਂ ਪਹਿਲਾਂ ਕੀ ਕੀਤਾ ਬੱਚੋ ਅਸੀਂ 4 9 10 ਦਾ ਲਘੁੱਤਮ ਪਤਾ ਕਰ ਲਿਆ, ਐਲਸੀਐਮ ਜਿਹਨੂੰ ਆਪਾਂ ਕਹਿੰਦੇ ਆ ਉਹ ਪਤਾ ਕਰ ਲਿਆ, 180 ਆ ਗਿਆ। ਤਾਂ ਜਦੋਂ ਬੱਚੋ ਆਪਾਂ 180 ਦੇ ਗੁਣਨਖੰਡ ਦੇਖੇ ਤਾਂ ਇਹਦੇ ਵਿੱਚ ਜਿਹੜੇ ਬੱਚਾ ਦੇਖੋ 2 ਅੱਖਰ ਨੇ ਤੁਹਾਡੇ 2 ਤੇ 3, ਇਹ ਤਾਂ ਜੋੜਿਆਂ ਦੇ ਵਿੱਚ ਹੈਗੇ ਆ। ਤਾਂ ਦੱਸੋ ਕਿਹੜਾ ਅੱਖਰ ਹੈ ਜਿਹੜਾ ਜੋੜਿਆਂ ਦੇ ਵਿੱਚ ਨਹੀਂ ਹੈਗਾ? ਦੱਸ ਸਕਦੇ ਹੋ ਕਿਹੜਾ ਹੈ? ਕਿਹੜਾ ਹੈ ਬੱਚੋ 5। ਤਾਂ ਇਹਦਾ ਭਾਵ ਇਹ ਹੈ ਕਿ ਜੇ ਅਸੀਂ 180 ਨੂੰ ਦਾ ਅਸੀਂ ਅਭਾਜ ਗੁਣ ਬਣਾਉਣਾ, ਆਪਾਂ ਨੇ ਪੂਰਾ ਵਰਗ ਬਣਾਉਣਾ, ਤਾਂ ਆਪਾਂ 180 ਨੂੰ ਆਪਾਂ ਨੂੰ ਕੀ ਕਰਨਾ ਪੈਣਾ 5 ਨਾਲ ਗੁਣਾ ਕਰਨੀ ਪੈਣੀ ਹੈ। ਜਿੰਨੇ ਅੱਖਰ ਜੋੜਾ ਬਣਾਉਣ ਤੋਂ ਬੱਚੋ ਘੱਟ ਰਹਿੰਦੇ ਨੇ, ਕੋਈ ਜ਼ਰੂਰੀ ਨਹੀਂ ਕਿ ਇਕੱਲਾ 5 ਹੈ, ਕਈ ਵਾਰੀ 2 ਅੱਖਰ ਵੀ ਇਕੱਠੇ ਘੱਟ ਆ ਜਾਂਦੇ ਨੇ, ਤਾਂ ਫਿਰ 2 ਅੱਖਰ ਹੀ ਪਾਣੇ ਪੈ ਸਕਦੇ ਨੇ, 2 ਅੱਖਰ ਨਾਲ ਵੀ ਗੁਣਾ ਕਰਨੀ ਪੈ ਸਕਦੀ ਹੈ। ਤਾਂ ਇੱਥੇ ਸਿਰਫ ਆਪਣੇ ਕੋਲੇ ਇੱਕ ਹੀ ਅੱਖਰ ਘੱਟ ਹੈ, ਉਹ ਕਿਹੜਾ ਹੈ ਬੱਚਿਓ 5। ਤਾਂ ਆਪਾਂ ਕੀ ਕੀਤਾ ਫਿਰ, ਇਹਦਾ ਜੋੜਾ ਬਣਾਉਣ ਵਾਸਤੇ ਆਪਾਂ ਇਸ ਨੂੰ 5 ਨਾਲ ਗੁਣਾ ਕਰਾਂਗੇ, ਤਾਂ 180 ਗੁਣਾ 5 ਕਿੰਨਾ ਬਣ ਜਾਏਗਾ ਬੱਚਿਓ 900। ਹੁਣ ਦੇਖੋ ਤੁਸੀਂ 900 ਵਰਗ ਹੈਗਾ ਔਰ ਇਹ ਹਰੇਕ ਨਾਲ ਵੰਡਿਆ ਵੀ ਜਾਂਦਾ, ਜਿਹਦੇ ਵਜ੍ਹਾ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਵੰਡ ਵੀ ਸਕਦੇ ਹਾਂ ਔਰ ਛੋਟੀ ਸੰਖਿਆ ਵੀ ਹੈਗੀ ਹੈ। ਤਾਂ ਇਹ ਬੱਚੋ ਸਵਾਲ ਤੁਸੀਂ ਜਿਹੜੇ ਮੈਂ ਤੁਹਾਨੂੰ ਕਰਾਏ ਨੇ, ਇਹਦੇ ਨਾਲ ਦੇ ਸਵਾਲ ਤੁਸੀਂ ਆਪਦੀ ਕਾਪੀ 'ਤੇ ਘਰੇ ਜਾ ਕੇ ਕਰਕੇ ਜ਼ਰੂਰ ਦੇਖਣੇ ਨੇ। ਔਰ ਕਰਕੇ ਦੇਖਣ ਦਾ ਭਾਵ ਇਹ ਨਹੀਂ ਕਿ ਤੁਸੀਂ ਕਾਪੀ ਉਹ ਘਰੇ ਰੱਖਤੀ, ਨੈਕਸਟ ਡੇ ਆਪਣੇ ਟੀਚਰ ਨੂੰ ਜ਼ਰੂਰ ਦਿਖਾਓ ਲਿਆ ਕੇ ਕਿ ਜੀ ਮੈਡਮ ਆ ਸਵਾਲ ਸਰ ਮੈਂ ਸਵਾਲ ਕੱਲ੍ਹ ਕੀਤੇ ਸੀ ਕਿ ਦੇਖੋ ਠੀਕ ਹੈ ਜਾਂ ਗਲਤ ਹੈ, ਤਾਂ ਤੁਹਾਡਾ ਪਤਾ ਲੱਗੇਗਾ ਕਿ ਤੁਹਾਨੂੰ ਇਹ ਸਵਾਲ ਕਰਨੇ ਆਏ ਕਿ ਨਹੀਂ ਆਏ। ਨੈਕਸਟ ਜਿਹੜਾ ਬੱਚੇ ਦਾ ਰਹਿ ਗਿਆ ਟੌਪਿਕ ਆਪਣਾ, ਉਹ ਮੈਂ ਨੈਕਸਟ ਲੈਕਚਰ ਦੇ ਵਿੱਚ ਕਰਾਵਾਂਗਾ। ਅਤੇ ਮੈਨੂੰ ਉਮੀਦ ਹੈ ਕਿ ਜਿਹੜਾ ਮੈਂ ਤੁਹਾਨੂੰ ਅੱਜ ਟੌਪਿਕ ਜਿੰਨਾ ਵੀ ਕਰਾਇਆ ਹਰ ਇੱਕ ਬੱਚੇ ਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਧੰਨਵਾਦ।